स्टूडेंट्स, आज हम सॉल्व करेंगे मैथमेटिक्स सब्जेक्ट ऑफ 10th क्लास और स्टार्ट करेंगे एक्सरसाइज 6.3। चलो आप स्टार्ट करते हैं फर्स्ट सम ਦੇ ਕਿੰਨੇ ਪਾਰਟ ਹੈਗੇ ਆ 6 ਪਾਰਟ ਹੈਗੇ ਆ। ਫਸਟ ਪਾਰਟ ਕਰਦੇ ਆਪਾਂ। ਉਹ ਕਹਿੰਦੇ ਆ ਚਿੱਤਰ ਦਿੱਤਾ, ਇਹਦੇ ਵਿੱਚ ਦਿੱਤੇ ਗਏ ਤ੍ਰਿਭੁਜ ਦੇ ਜੋੜਿਆਂ ਵਿੱਚੋਂ ਕਿਹੜੇ ਕਿਹੜੇ ਜੋੜੇ ਸਮਰੂਪ ਹਨ। ਉਸ ਸਮਰੂਪਤਾ ਦੀ ਕਸੌਟੀ ਨੂੰ ਲਿਖੋ ਜਿਹਦਾ ਪ੍ਰਯੋਗ ਤੁਸੀਂ ਉੱਤਰ ਦੇਣ ਲਈ ਕੀਤਾ ਤੇ ਸਮਰੂਪ ਤ੍ਰਿਭੁਜਾਂ ਨੂੰ ਸਕੇਤਨ रूप ਵਿੱਚ ਦਰਸਾਓ। ਚਲੋ ਆਪਾਂ ਕਰਦੇ ਹੈਗੇ ਫਸਟ ਸਮ ਕਰਦੇ ਹੈਗੇ। ਆਪਾਂ ਸਟਾਰਟ ਕਰਦੇ ਹੈਗੇ ਆ। ਫਸਟ ਸਮ ਦਿੱਤਾ ਆਪਾਂ ਨੂੰ, ਇੱਕ ਤ੍ਰਿਭੁਜ ਦਿੱਤੀ ਹੈ ABC, ਇੱਕ ਤ੍ਰਿਭੁਜ ਦਿੱਤੀ PQR ਜਿਹਦਾ A ਤੇ P ਸਮ ਦਿੱਤਾ 60 ਡਿਗਰੀ ਤੇ B ਤੇ Q ਸਮ ਦਿੱਤਾ 80 ਡਿਗਰੀ ਅਤੇ C ਤੇ R ਸਮ ਦਿੱਤਾ ਆਪਾਂ ਨੂੰ 40 ਡਿਗਰੀ। ਆਪਣੇ ਕੋਲੇ A ਤੇ P ਕੋਣ ਜਿਹੜੇ ਆ ਦੋਨੋਂ ਬਰਾਬਰ ਹੈਗੇ ਆ, B ਤੇ Q ਦੋਨੋਂ ਬਰਾਬਰ ਆ, C ਤੇ R ਦੋਨੋਂ ਬਰਾਬਰ ਹੈਗੇ ਆ। ਇਸੇ ਲਈ ਇਹ ਆਪਣੇ ਕੋਲੇ ਸਮਰੂਪ ਹੈਗਾ। ABC ਤੇ PQR ਦੋਨੋਂ ਤ੍ਰਿਭੁਜ ਸਮਰੂਪ ਹੈਗੇ ਆ। ਕਿਹੜੀ ਕਸੌਟੀ ਤੋਂ ਸਮਰੂਪ ਹੈਗੀਆਂ? ਕੋਣ ਸਮਰੂਪਤਾ ਰਾਹੀਂ ਇਹ ਹੈਗੇ ਆ ਸਮਰੂਪ ਹੈਗੇ ਆ। ਇਸ ਲਈ ਕੀ ਆ ਸਰਬੰਸਮ ਹੈਗੇ ਆ। ਉਸ ਤੋਂ ਬਾਅਦ ਦੇਖਦੇ ਆਪਾਂ ਸੈਕਿੰਡ ਸਮ ਵਿੱਚ ਆਪਾਂ ਨੂੰ ਭੁਜਾਵਾਂ ਦੀ ਜਿਹੜੀ ਦਿੱਤੀ ਹੈਗੀ ਆ, ਭੁਜਾਵਾਂ ਦਿੱਤੀਆਂ AB ਭੁਜਾ 2 ਮੀਟਰ ਦਿੱਤੀ ਆ, BC 2.5, AC 3 ਦਿੱਤੀ ਆ ਤੇ PQ 6, QR 4 ਤੇ PR 5 ਦਿੱਤੀ ਆ। ਕੋਣ ABC ਤੇ PQR ਦੇ ਵਿੱਚ ਆਪਾਂ ਦੇਖਦੇ ਹੈਗੇ ਆ। ਇਹਦੇ ਵਿੱਚ ਦੇਖਣਾ ਹੁੰਦਾ ਸਭ ਤੋਂ ਛੋਟੀ ਭੁਜਾ। ਦੇਖੋ ABC ਤੇ ਵਿੱਚ ਸਭ ਤੋਂ ਛੋਟੀ ਕਿਹੜੀ ਹੈਗੀ? AB ਹੈਗੀ 2 ਅਤੇ PQR ਦੇ ਵਿੱਚ ਸਭ ਤੋਂ ਛੋਟੀ ਕਿਹੜੀ ਹੈਗੀ ਆ? QR ਹੈਗੀ ਆ 4। ਸਭ ਤੋਂ ਪਹਿਲਾਂ ਆਪਾਂ ਸਭ ਤੋਂ ਛੋਟੀ ਲਈ ਹੈਗੀ ਆ 2/4 1/2 ਆ ਗਿਆ। ਉਸ ਤੋਂ ਬਾਅਦ ਆਪਾਂ BC/QR। BC ਕਿਹੜੀ ਹੈਗੀ ਆ 2 ਤੋਂ ਬਾਅਦ 2.5 ਵਾਲੀ ਜਿਹੜੀ ਹੈਗੀ ਆ ਉਹ ਵੱਡੀ ਹੈਗੀ 2.5/4। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਹੈਗੀ ਆ 3 ਬਟਾ ਆ ਗਿਆ ਆਪਣੇ ਕੋਲੇ 6 AC ਬਟਾ ਆਪਣੇ ਕੋਲੇ ਆ ਗਿਆ PR। ਇਹ ਬਣ ਗਿਆ 1/2 ਆਪਣੇ ਕੋਲੇ ਸਾਰੇ 1/2 ਬਣ ਗਏ। ਇਹ ਸਮਰੂਪ ਤ੍ਰਿਭੁਜ ਹੈਗੇ ਦੋਨੋਂ ਕਿਹਦੇ ਦੁਆਰਾ? ਭੁਜਾ ਸਮਰੂਪਤਾ ਰਾਹੀਂ। ਚਲੋ ਥਰਡ ਸਮ ਦੇਖਦੇ ਹਾਂ ਆਪਾਂ। LM ਤੇ ਆਪਾਂ ਦਿੱਤਾ ਹੈ LMP। ਇਹਦੇ ਵਿੱਚ ਕੀ ਦਿੱਤਾ ਆਪਾਂ ਨੂੰ? ਭੁਜਾ ਦਿੱਤੀਆਂ। ਇਹਦੇ ਵਿੱਚ ਵੀ ਇੱਕ 2.7 ਇੱਕ 2 ਇੱਕ 3। DEF ਵਿੱਚ ਵੀ ਆਪਾਂ ਨੂੰ ਭੁਜਾ ਦਿੱਤੀਆਂ 4 5 ਤੇ 6। ਆਪਾਂ ਦੇਖਦੇ ਹੈਗੇ ਆ ਸਭ ਤੋਂ ਛੋਟੀ ਭੁਜਾ ਕਿਹੜੀ ਹੈਗੀ? LMN ਦੇ ਵਿੱਚ ਸਭ ਤੋਂ ਛੋਟੀ ਭੁਜਾ ਆਪਣੇ ਕੋਲ ਹੈਗੀ ਆ 2 ਅਤੇ DEF ਦੇ ਵਿੱਚ ਸਭ ਤੋਂ ਛੋਟੀ ਭੁਜਾ ਆਪਣੇ ਕੋਲ ਹੈਗੀ 4। 2/4 ਕੀਤਾ 1/2 ਆ ਗਿਆ। ਉਸ ਤੋਂ ਬਾਅਦ ਆਪਾਂ ਕੀਤਾ ਹੈਗਾ LP ਬਟਾ ਕੀਤਾ ਹੈਗਾ DF। LP ਕਿਹੜੀ ਹੈਗੀ ਆ? ਸਭ ਤੋਂ ਵੱਡੀ ਭੁਜਾ ਤੇ DF ਕਿਹੜੀ ਆ? ਸਭ ਤੋਂ ਵੱਡੀ ਭੁਜਾ ਦਿੱਤੀ ਆਪਾਂ ਨੂੰ ਜਿਹੜੀ ਉਹ ਕੀਤੀ ਹੈ ਵੀ 1/2 ਆ ਗਿਆ। ਉਸ ਤੋਂ ਬਾਅਦ ਜਿਹੜੀ ਵਿਚਕਾਰਲੀ ਭੁਜਾ 2.7/5 ਇਹ ਆਪਣੇ ਕੋਲੇ ਨਹੀਂ ਆਉਂਦਾ ਹੈਗਾ 1/2। ਇਸੇ ਲਈ ਇਹ LMP ਤੇ DEF ਸਮਰੂਪ ਤ੍ਰਿਭੁਜ ਨਹੀਂ ਹੈਗੀ। ਫੋਰਥ ਸਮ ਕਰਦੇ ਆ ਜਿਹਦੇ ਵਿੱਚ ਇੱਕ ਆਪਾਂ ਨੂੰ ਕੋਣ ਦਿੱਤਾ ਹੈਗਾ M ਕੋਣ ਦਿੱਤਾ ਆਪਾਂ ਨੂੰ ਜਿਹੜਾ 70 ਡਿਗਰੀ ਹੈਗਾ। ਇੱਕ MN ਭੁਜਾ ਦਿੱਤੀ 2.5, ਇੱਕ M ਤੇ L ਭੁਜਾ ਦਿੱਤੀ ਆਪਾਂ ਨੂੰ 5। PQR ਇਹਦੇ ਵਿੱਚ ਆਪਾਂ ਨੂੰ PQ ਭੁਜਾ ਦਿੱਤੀ 6 ਤੇ Q ਕੋਣ ਦਿੱਤਾ 70 ਡਿਗਰੀ ਦਾ ਤੇ QR ਜਿਹੜੀ ਭੁਜਾ ਦਿੱਤੀ ਆਪਾਂ ਨੂੰ 10। ਇੱਕ ਤਾਂ ਆਪਣੇ ਕੋਲ M ਕੋਣ ਤੇ Q ਕੋਲ ਦੋਨੋਂ ਸੇਮ ਹੈਗੇ 70 ਡਿਗਰੀ ਇਹ ਚੀਜ਼ ਹੋ ਗਈ ਕੋਣ ਵਾਲੀ ਕਸੌਟੀ ਲੱਗ ਗਈ। ਇੱਕ ਆਪਾਂ ਦੇਖਦੇ ਹੈਗੇ ਭੁਜਾਲੀ ਲਾ ਕੇ ਸਭ ਤੋਂ ਵੱਡੀ ਕਿਹੜੀ ਹੈ? ਪਹਿਲੇ ਦੇ ਵਿੱਚ 5 ਸਭ ਤੋਂ ਵੱਡੀ ਭੁਜਾ ਅਤੇ PQR ਦੇ ਵਿੱਚ 10। 5/10 ਕਰਾਂਗੇ 1/2 ਆ ਗਿਆ ਆਪਣੇ ਕੋਲੇ। ਉਸ ਤੋਂ ਬਾਅਦ ਕਰਦੇ ਹੈਗੇ ਆ 2.5/6 ਇਹ ਆ ਗਿਆ 5/12। ਇਸੇ ਲਈ ਜਿਹੜੀ ਹੈਗੀ ਆ ਇਹ ਆਪਣੇ ਕੋਲੇ ਸਮਰੂਪ ਤ੍ਰਿਭੁਜ ਨਹੀਂ ਹੈਗੀ ਕਿਉਂ ਕਰਕੇ ਤਿੰਨੋਂ ਚੀਜ਼ਾਂ ਸੇਮ ਨਹੀਂ ਆਉਂਦੀਆਂ ਆਪਣੇ ਕੋਲੇ। ਫਿਫਥ ਸਮ ਦੇਖਦੇ ਹੈਗੇ ਆ। ਫਿਫਥ ਸਮ ABC। ਇਹਦੇ ਵਿੱਚ ਇੱਕ ਕੋਣ ਦਿੱਤਾ A 80 ਡਿਗਰੀ ਅਤੇ ਇਹਦੇ ਵਿੱਚ F ਕੋਣ ਦਿੱਤਾ DEF ਦੇ ਵਿੱਚ 80 ਡਿਗਰੀ। ਇੱਕ ਤਾਂ ਇਹ ਚੀਜ਼ ਇਕੁਅਲ ਹੋ ਗਈ, ਇਹਨੂੰ ਆਪਾਂ ਕਹਿ ਸਕਦੇ ਹੈਗੇ ਆ ਇਹ ਚੀਜ਼ ਬਰਾਬਰ ਹੋ ਗਈ A ਤੇ F ਕੋਣ। ਇੱਕ ਆਪਾਂ ਦੇਖਦੇ ਹੈਗੇ ਆ BC ਜਿਹੜੀ ਆਪਾਂ ਨੂੰ 3 ਦਿੱਤੀ ਹੈਗੀ ਵੱਡੀ ਭੁਜਾ ਹੈਗੀ। ਇੱਧਰ ਆਪਣੇ ਕੋਲ 6 ਹੈਗਾ 3/6 ਕਰਤਾ ਆਪਾਂ 3/6 ਕੀਤਾ ਆਪਣੇ ਕੋਲ 1/2 ਬਣ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ 2.5/5 ਜਦੋਂ ਆਪਾਂ ਕਰਦੇ ਹੈਗੇ ਆ ਉਹ ਨਹੀਂ ਆਪਣੇ ਕੋਲੇ ਸੇਮ ਬਣਦਾ। ਇਸ ਲਈ ਇਹ ਤ੍ਰਿਭੁਜ ਜਿਹੜੀ ਹੈਗੀ ਆ ਸਰਬੰਸਮ ਨਹੀਂ ਹੈਗੀ। ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ ਸੈਕਿੰਡ ਸਮ। ਫਸਟ ਦੇ ਆਪਾਂ 5 ਪਾਰਟ ਕਰ ਚੁੱਕੇ ਆ। ਸੈਕਿੰਡ ਸਮ ਦੇਖਦੇ ਆ ਕੀ ਕਹਿੰਦੇ ਹੈਗੇ ਆ। ਉਹ ਕਹਿੰਦੇ ਚਿੱਤਰ ਡਾਇਗਰਾਮ ਦਿੱਤੀ ਹੈ 6.35 ਆਹ ਵਾਲੀ ਸੈਕਿੰਡ ਦੀ ਡਾਇਗਰਾਮ ਹੈਗੀ ਆ ਜਿਹਦੇ ਵਿੱਚ ਆਪਣੇ ਕੋਲੇ
ओ डी ते सी, ये वाली त्रिभुज ओ बी ते ए, ये वाली त्रिभुज दोनों सरबंसम हैगियां। बी ओ सी 125 डिग्री का हैगा ते सी डी ओ 70 डिग्री का हैगा। फाइंड करना आपां डी ओ सी ओ डी सी ओ ते ओ ए बी। की चीज़ आपां फाइंड करनी है, चीज़ देखो आपां फाइंड करना हैगा ਜਿਹੜਾ बी ओ सी कौन दिता ਆਪਾਂ ਨੂੰ, मीनस के बी ओ सी ओ कौन दिता ਆਪਾਂ ਨੂੰ 125 डिग्री तो डी कौन ਆਪਾਂ दिता 70 डिग्री। एक तो आप इधर वाला डी ओ सी, इधर वाला डी ओ सी, आ वाला ओ कौन फाइंड करना, एक आप फाइंड करना डी सी ओ सी कौन फाइंड करना, एक आप ए कौन फाइंड करना। चलो आप सम जिते सॉल्व किया उत्थे आप देखते हैगे आ। सैकेंड सम की दिता आपां नूं, त्रिभुज ओ डी सी सरबंसम ओ बी ए, मीनस के इन्नी चीज़ ते इन्नी चीज़ दोनों आपस विच सरबंसम आ। ये चीज़ आपां नूं दित्ती हुई आ। एक आपां नूं कौन दिता हैगा बी ओ सी 125 डिग्री ते सी डी ओ दिता 70 डिग्री। जेडे आ वाले कोण आपां फाइंड करने हैगे। की फाइंड करना, देखो इत्थे फाइंड करना एक कोण, एक इत्थे फाइंड करना, एक कोण इत्थे फाइंड करना, 3 कोण फाइंड करने आ। चलो आप देखते हैं बी ओ ते सी दिता आपां नूं, बी ओ ते सी दिता आपां नूं 125 डिग्री अते सी डी ओ दिता आपां नूं 70 डिग्री। चलो अगे देखते हैं डी ओ सी किहड़ा कोण फाइंड करना आपां, डी ओ सी, बी ओ ते सी मतलब आप कौन फाइंड करना है, ओ फाइंड करनी आ। जिहड़ा हैगा एक सारा जिहड़ा हुंदा हैगा कोणां दा जोड़ हुंदा जिहड़ा अपने कोल हुंदा हैगा 180, त्रिभुज दा जिहड़ा सारा तीनों कोणां दा जोड़ हुंदा हैगा अपने कोल 180 हुंदा। इस लई आपां 180 दे विचों 125 जिहड़ा हैगा माइनस कर देंगे, अपने कोल 55 डिग्री आ गया डी ओ सी। आ वाला कोण आ गया अपने कोल डी ओ सी, सॉरी डी ओ सी अपने कोल है 55 डिग्री। उस तो बाद आप फाइंड करना है डी सी ओ। हुण एक अपने को 70 डिग्री, एक 55 डिग्री, आप 180 जो आप 70 डिग्री तो 55 डिग्री दोनों प्लस करके वो माइनस कर देंगे, वो अपने को सी का कोण आ गया। इसलिए ओ डी सी तो ओ बी ए सरबंसम है। संगत कोण बराबर होंगे सी डी ओ तो ओ बी ए, सी डी ओ तो ओ बी ए, ये दोनों आपस में बराबर हो गए। जे ये 55 डिग्री तो ये चीज़ भी 55 डिग्री 70 डिग्री हो गया, ये भी 70 डिग्री हो गया अपने को। उस तो बाद डी सी ओ तो ओ ए बी 55 डिग्री, क्यों करके संगत कोण जो आपस में बराबर होंगे आ। डी ओ सी तो ए ओ बी भी 55 डिग्री है। यही चीज़ आप फाइंड करनी सी। उस तो बाद आप देखते हैं थर्ड सम। थर्ड सम में की कहते हैं, वो कहते समलम चतुर्भुज ए बी सी डी दिता आपां नूं, जिहदे विच ए बी पैरल है डी सी दे ते वकर्ण ए सी ते बी डी आपस में ओ ते कटदे आ। दो त्रिभुजां दी समरूपता कसौटी दा प्रयोग करते हुए दिखाओ ओ ए बटा ओ सी बराबर ओ बी बटा ओ डी। एक समलम चतुर्भुज दित्ती आपां पहलां एक चतुर्भुज बनावांगे, आपां समलम चतुर्भुज बनावांगे ਜਿਹੜੇ ए सी ते बी डी दे वकर्ण ਨੂੰ ओ बिंदु ते ਕੱਟਦੇ ਆ। ਇਹ ਚੀਜ਼ ਆਪਾਂ ਨੂੰ ਦਿੱਤੀ ਹੈਗੀ ਆ। सिद्ध करना आपां ए ओ बटा ओ सी ते बी ओ बटा ओ डी, ये चीज़ आप सिद्ध करनी है। स्टार्ट करते हैं त्रिभुज ओ ए बी ते डी ओ सी, त्रिभुज ए ओ बी ते डी ओ सी, उपरली त्रिभुज ते नीचे वाली त्रिभुज दोनों लैके चलते हैं, जिहदे विच ए ओ बी ते सी ओ डी बराबर आ। ए ओ बी ते सी ओ डी, ए ओ बी ते सी ओ डी आ दोनों आपस में की है बराबर है, क्यों करके ये की है समलम चतुर्भुज के आमो सामने वाले कोण है। उस बाद दो कोण अपने को एकांतर हो जाएंगे, ओ ए बी ते ओ सी डी, ओ ए बी ते ओ सी डी, आ वाला ते आ वाला दोनों एकांतर हो गए। उस तो बाद ए बी ते डी ए वाला, तो उस तो बाद ए डी
बी, ये दोनों आपस ਵਿੱਚ ਇਕੰਤਰ ਹੋ ਗਏ। ਦੋ ਕੋਣ ਇਕੰਤਰ ਹੋ ਗਏ, ਇੱਕ ਕੋਣ ਆਪਣੇ ਕੋਲੇ ਆਮੋ ਸਾਹਮਣੇ ਵਾਲਾ ਹੋ ਗਿਆ। ਇਸ ਲਈ ਇਹ ਕੀ ਹੈਗਾ, ਸਰਬੰਸਮ ਹੈਗਾ। ਕਿਹੜੇ ਦੁਆਰਾ? ਕੋਣ ਸਮਰੂਪਤਾ ਰਾਹੀਂ। ਸੰਗਤ ਭੁਜਾਵਾਂ ਸਮਾਨ ਅਨੁਪਾਤੀ ਹੋਣਗੀਆਂ, ਇਸ ਲਈ ਆਪਾਂ ਲਿਖ ਸਕਦੇ ਇਹ ਚੀਜ਼। ਉਸ ਤੋਂ ਬਾਅਦ ਦੇਖਦੇ ਹੈਗੇ ਫੋਰਥ ਸਮ ਵਿੱਚ ਉਹ ਕੀ ਕਹਿੰਦੇ ਆ। ਫੋਰਥ ਸਮ ਵਿੱਚ ਕਹਿੰਦੇ ਹੈਗੇ ਆ ਚਿੱਤਰ 6.36 ਵਿੱਚ QR ਕਿੱਥੇ ਆਪਣੇ ਕੋਲੇ ਆਹ ਵਾਲੀ ਚੀਜ਼ ਬਟਾ QS ਅਤੇ QT ਬਟਾ PR, ਇਹ ਵਾਲੀ ਚੀਜ਼ ਕੋਣ 1 ਬਰਾਬਰ 2 ਦੇ ਆ। ਦਿਖਾਉਣਾ ਹੈਗਾ ਆਪਾਂ PQ ਤੇ S ਛੋਟੀ ਤ੍ਰਿਭੁਜ ਤੇ TQR, ਇਹ ਦੋਨੋਂ ਕੀ ਆ, ਸਰਬੰਸਮ ਹੈਗੀਆਂ। ਇਹ ਚੀਜ਼ ਆਪਾਂ ਸਿੱਧ ਕਰਨੀ ਹੈਗੀ ਫੋਰਥ ਸਮ ਦੇ ਵਿੱਚ। ਚਲੋ ਆਪਾਂ ਨੂੰ ਕੀ ਦਿੱਤਾ, ਆਪਾਂ ਨੂੰ ਦਿੱਤਾ ਹੈਗਾ QR ਬਟਾ QS ਅਤੇ QT ਬਟਾ PR, ਇਹ ਚੀਜ਼ ਆਪਾਂ ਨੂੰ ਬਰਾਬਰ ਦਿੱਤੀ ਆ। ਕੋਣ 1 ਬਰਾਬਰ 2 ਦੇ ਵੀ ਆਪਾਂ ਨੂੰ ਦਿੱਤਾ। ਸਿੱਧ ਕਰਨਾ ਹੈਗਾ ਆਪਾਂ PQS ਸਰਬੰਸਮ ਹੈਗੀ ਆ TQR। ਓਕੇ, ਦੇਖਦੇ ਆਪਾਂ PQR ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹੈਗੇ ਆ PQ ਤੇ R। ਇਹਦੇ ਵਿੱਚ ਇੱਕ ਤਾਂ ਆਪਾਂ ਨੂੰ ਦਿੱਤਾ ਹੈਗਾ 1 ਕੋਣ ਬਰਾਬਰ ਹੈਗਾ 2 ਦੇ। PQR ਦੇ ਵਿੱਚ 1 ਕੋਣ ਬਰਾਬਰ ਹੈਗਾ 2 ਦੇ, ਇਸੇ ਲਈ PQ ਬਰਾਬਰ PR ਹੋ ਗਿਆ। PQ ਬਰਾਬਰ ਕੀ ਹੋ ਗਿਆ, PR ਹੋ ਗਿਆ। ਕਿਉਂ ਕਰਕੇ 1 ਕੋਣ ਬਰਾਬਰ 2 ਦੇ, 1 ਦੇ ਸਾਹਮਣੇ ਵਾਲੀ ਭੁਜਾ PR ਤੇ 2 ਦੇ ਸਾਹਮਣੇ ਵਾਲੀ ਭੁਜਾ PQ, ਇਸੇ ਲਈ ਦੋਨੋਂ ਭੁਜਾਵਾਂ ਵੀ ਬਰਾਬਰ ਹੋ ਗਈਆਂ। ਇਹਨੂੰ ਨਾਮ ਦੇਤਾ 1। QR ਬਟਾ QS ਬਰਾਬਰ QT ਬਟਾ PR ਆਪਾਂ ਨੂੰ ਦਿੱਤਾ, ਇਹਨੂੰ ਨਾਮ ਦਿੱਤਾ 2। ਦੇਖੋ ਹੁਣ QR QS ਆਪਾਂ ਉਹ ਲਿਆ Q2, PR ਦੀ ਜਗ੍ਹਾ ਤੇ ਆਪਾਂ PQ ਲਿਖ ਸਕਦੇ ਹਾਂ। ਕਿਉਂ ਕਰਕੇ ਆਪਾਂ ਸਿੱਧ ਕਰਨਾ ਹੈਗਾ ਉਹ PQ, ਉਹਨੂੰ ਲਿਖ ਸਕਦੇ Q2, PR ਦੀ ਜਗ੍ਹਾ ਤੇ PQ ਲਿਖ ਲਿਆ। ਉਸ ਤੋਂ ਬਾਅਦ TQR ਤੇ PQS, TQR ਤੇ PQS, ਇਹ ਦੋਨਾਂ ਦੇ ਵਿੱਚ ਆਪਾਂ ਦੇਖਦੇ ਹੈਗੇ ਆ। ਇੱਕ ਤਾਂ ਇਹਨਾਂ ਦੇ ਵਿੱਚ ਕੀ ਚੀਜ਼ ਕਾਮਨ ਹੈਗੀ ਆ, ਇਹ ਦੇਖਦੇ ਆਪਾਂ। TQR ਤੇ PQS, ਇਹਦੇ ਵਿੱਚ ਕੀ ਚੀਜ਼ ਕਾਮਨ ਹੈਗੀ ਹੈ, ਦੇਖੋ TQ ਤੇ R, PQ ਤੇ S, ਇਹਦੇ ਵਿੱਚ ਇੱਕ Q ਕੋਣ ਆ ਜਿਹੜਾ ਉਹ ਸਾਂਝਾ ਹੈਗਾ। Q ਜਿਹੜਾ ਹੈਗਾ ਸਾਂਝਾ ਹੈਗਾ। ਉਸ ਤੋਂ ਬਾਅਦ ਆਪਾਂ ਨੂੰ ਦਿੱਤਾ ਹੈਗਾ Q ਕੋਣ ਜਿਹੜਾ ਸਾਂਝਾ ਹੈਗਾ, ਤੇ QT PQ QS ਤੇ QR ਬਟਾ QS ਲਿਖ ਲਾਂਗੇ ਆਪਾਂ। ਇਹ ਚੀਜ਼ ਵੀ ਦਿੱਤੀ ਹੈ ਬਰਾਬਰ, ਆਪਾਂ ਸ਼ੋ ਕਰਕੇ ਆਏ ਹਾਂ ਉੱਪਰ। ਇਸੇ ਲਈ ਭੁਜਾ ਕੋਣ ਭੁਜਾ ਰਾਹੀਂ ਸਮਰੂਪਤ ਪ੍ਰੂਫ ਹੋ ਗਿਆ। ਇਹੀ ਚੀਜ਼ ਆਪਾਂ ਪ੍ਰੂਫ ਕਰਨੀ ਸੀ ਕਿ PQS ਤੇ TQR ਕੀ ਸਰਬੰਸਮ ਹੈਗੇ। ਉਸ ਤੋਂ ਬਾਅਦ ਦੇਖਦੇ ਹੈਗੇ ਫਿਫਥ ਸਮ। ਆਪਾਂ ਫਿਫਥ ਸਮ ਵਿੱਚ ਕੀ ਕਹਿੰਦੇ ਹੈਗੇ ਆ, ਫਿਫਥ ਸਮ ਵਿੱਚ ਉਹ ਕਹਿੰਦੇ ਆ ਤ੍ਰਿਭੁਜ PQR ਦੀਆਂ ਭੁਜਾਵਾਂ PR ਤੇ QR ਉੱਤੇ ਕਰਵਾਰ ਬਿੰਦੂ S ਅਤੇ T ਤੇ ਇਸ ਤਰ੍ਹਾਂ ਸਥਿਤ ਹਨ ਕਿ ਕੋਣ P ਬਰਾਬਰ ਕੋਣ RTS ਆ। ਦਿਖਾਓ ਕਿ ਇੱਕ ਆਪਾਂ ਨੂੰ ਤ੍ਰਿਭੁਜ ਦੇਤੀ PQR, ਉਹਦੀਆਂ ਭੁਜਾਵਾਂ PQ ਤੇ QR ਦੇ ਉੱਤੇ 2 ਬਿੰਦੂ ਦੇ ਤੇ S ਤੇ T, P ਕੋਣ ਬਰਾਬਰ ਦੇਤਾ ਕੋਣ RTS ਦੇ। ਪ੍ਰੂਫ ਕਰਨਾ ਆਪਾਂ RPQ ਸਰਬੰਸਮ ਹੈਗਾ RTS। ਚਲੋ ਦੇਖਦੇ ਹੈਗੇ ਫਿਫਥ ਸਮ ਕਿਵੇਂ ਆਪਾਂ ਸੋਲਵ ਕੀਤਾ ਹੈਗਾ। ਦੇਖੋ PQR ਤ੍ਰਿਭੁਜ ਦੇਤੀ, S ਤੇ T ਉਹਦੇ ਤੇ PR ਤੇ QR ਤੇ 2 ਬਿੰਦੂ ਹੈਗੇ ਆਪਣੇ ਕੋਲੇ। ਉਸ ਤੋਂ ਬਾਅਦ RPQ ਅਤੇ RP ਤੇ Q, RT ਤੇ S ਵੱਡੀ ਤ੍ਰਿਭੁਜ ਤੇ RTS ਛੋਟੀ ਤ੍ਰਿਭੁਜ, ਦੋਨਾਂ ਦੇ ਵਿੱਚ ਇੱਕ R ਸਾਂਝਾ ਕੋਣ ਸਾਂਝਾ ਹੈਗਾ। ਇੱਕ ਆਪਾਂ ਨੂੰ ਦਿੱਤਾ ਹੈ ਕੋਣ P ਬਰਾਬਰ ਕੋਣ RTS, ਦੋਵੇਂ ਦਿੱਤੇ ਆ। ਇਸੇ ਲਈ ਇਹ ਕੋਣ ਦੁਆਰਾ ਸਮਰੂਪ ਪ੍ਰੂਫ ਹੋ ਗਈ। RPQ ਸਰਬੰਸਮ ਹੈਗਾ RTS। ਸਿਕਸ ਸਮ ਦੇ ਵਿੱਚ ਆਪਾਂ ਨੂੰ ਕੀ ਕਹਿੰਦੇ ਹੈਗੇ ਆ, ਸਿਕਸ ਸਮ ਦੇ ਵਿੱਚ ਉਹ ਕਹਿੰਦੇ ਹੈਗੇ ਆ, ਆਹ ਵਾਲੀ ਡਾਇਗਰਾਮ ਹੈਗੀ ਆਪਣੇ ਕੋਲੇ ਚਿੱਤਰ 6.37 ਵਿੱਚ AB ਤੇ E ਸਰਬੰਸਮ ਹੈਗਾ ACD ਤੇ D। ਇੱਧਰਲੀ ਤ੍ਰਿਭੁਜ ਸਰਬੰਸਮ ਹੈਗੀ ਇੱਧਰਲੀ ਤ੍ਰਿਭੁਜ ਦੇ। ਉਸ ਤੋਂ ਬਾਅਦ ਦਿਖਾਓ ਕਿ ADE ਸਰਬੰਸਮ ਹੈਗੀ ABC। ਇਹ ਚੀਜ਼ ਆਪਾਂ ਪ੍ਰੂਫ ਕਰਨੀ ਹੈ। ਚਲੋ ਆਪਾਂ ਦੇਖਦੇ ਹੈਗੇ ਸਿਕਸ ਸਮ ਦੇ ਵਿੱਚ ਕੀ ਕਿਹਾ ਹੈਗਾ।
ਦਿੱਤਾ ਹੈਗਾ ਆਪਾਂ ਨੂੰ ABE ਸਰਬੰਸਮ ਹੈਗੀ ACD, ਸਿੱਧ ਕਰਨਾ ADE ਸਰਬੰਸਮ ABC, ਕਿਉਂਕਿ ABE ਸਰਬੰਸਮ ਹੈਗੀ ਕੋਣ ACD ਆਪਾਂ ਨੂੰ ਦਿੱਤਾ ਹੈਗਾ। ਇਸੇ ਲਈ ਆਪਾਂ ਲਿਖ ਸਕਦੇ ਹੈਗੇ ਆ AB ਬਰਾਬਰ AC ਲਿਖ ਸਕਦੇ ਤੇ AD ਬਰਾਬਰ ਆਪਾਂ AE ਲਿਖ ਸਕਦੇ ਹੈਗੇ ਆ, ਕਿਉਂ ਕਰਕੇ ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈਗੀ ਆ। AB ਬਰਾਬਰ ਆਪਾਂ AD ਲਿਖ ਸਕਦੇ ਹੈ, AB ਬਰਾਬਰ ਆਪਾਂ AC ਲਿਖ ਸਕਦੇ ਤੇ AD ਬਰਾਬਰ ਆਪਾਂ AE ਲਿਖ ਸਕਦੇ ਹੈਗੇ ਆ। AB ਬਰਾਬਰ AC, ਇੱਧਰਲੀ ਭੁਜਾ ਬਰਾਬਰ ਇੱਧਰਲੀ ਭੁਜਾ ਤੇ AD ਬਰਾਬਰ DE, ਇੱਧਰਲੀ ਭੁਜਾ ਬਰਾਬਰ ਇੱਧਰਲੀ ਭੁਜਾ, ਦੋਨੋਂ ਆਪਾਂ ਲਿਖ ਸਕਦੇ ਹੈਗੇ ਆ। ਸਮੀਕਰਨ 1 ਤੇ 2 ਤੋਂ AB ਬਟਾ AD, AC ਬਟਾ AE, AC ਬਟਾ ਆਪਣੇ ਕੋਲ ਹੈਗਾ AE ਆ ਗਿਆ, AD ਬਟਾ AB, AE ਬਟਾ AC ਆਪਾਂ ਉਲਟ ਵੀ ਲਿਖ ਸਕਦੇ ਹੈਗੇ ਆ। ADE ਤੇ ABC ਦੇ ਵਿੱਚ ਇੱਕ ਤਾਂ A ਕੋਣ ਸਾਂਝਾ ਹੋ ਗਿਆ, ਇੱਕ ਆਪਾਂ ਉੱਪਰ ਸਿੱਧ ਕੀਤਾ ਵੀ AD ਬਟਾ AB ਆ ਤੇ AE ਬਟਾ AC ਆ, ਇਸ ਲਈ ਭੁਜਾ ਕੋਣ ਭੁਜਾ ਦੁਆਰਾ ਇਹ ਸਮਰੂਪ ਪ੍ਰੂਫ ਹੋ ਗਿਆ। ਥੈਂਕਸ ਫॉर ਵਾਚਿੰਗ ਵੀਡੀਓ ਸਟੂਡੈਂਟਸ। ਜਿਹੜੇ ਸਮ ਰਹਿ ਗਏ ਇਸ ਐਕਸਰਸਾਈਜ਼ 'ਤੇ ਉਹ ਆਪਾਂ ਨੈਕਸਟ ਵੀਡੀਓ ਵਿੱਚ ਸੋਲਵ ਕਰਾਂਗੇ।